ਅੰਧ ਲਿਖੈ ਬਧਰੂ ਸੁਣੈ, ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤੁਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ ਧਨਾਸਰੀ ਬਾਣੀ ਭਗਤਾਂ ਕੀ ਤ੍ਰਿਲੋਚਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ, ਦੁਕ੍ਰਿਤ ਸੁਕ੍ਰਿਤ ਥਾਰੂ ਕਰਮਰੀ। ਰਹਾਉ। ਸ਼ੰਕਰਾ ਮਸਤਕ ਬਸਤਾ, ਸੁਰਸਰੀ ਇਸ਼ਨਾਨ ਰੇ। ਕੁਲ ਜਨਮ ਦੇ ਮਿਲਿਓ ਸਾਰਿੰਗ ਪਾਨ ਰੇ। ਕਰਮ ਕਰ ਕਲੰਕ ਮਫੀਟ ਸਰੀ, ਵਿਸ਼ਵ ਕਾ ਦੀਪਕ ਸੁਆਮੀ ਤਾਚੇਰੇ ਸਾਰਥੀ। ਪੰਖੀ ਰਾਏ ਗਰੁੜ ਤਾਚੇ ਬਾਧਵਾ, ਕਰਮ ਕਰ ਅਰੁਣ ਪਿੰਗਲਾਰੀ। ਅਨਿਕ ਪਾਤਿਕ ਹਰਤਾ ਤ੍ਰਿਭਵਨ ਨਾਥਰੀ। ਤੀਰਥ ਤੀਰਥ ਭ੍ਰਮਤਾ ਲਹੈ ਨਾ ਪਾਰਰੀ। ਕਰਮ ਕਰ ਕਪਾਲ ਮਫੀਟ ਸਰੀ, ਅੰਮ੍ਰਿਤ ਸ਼ਸ਼ੀ ਤੇਨ ਲਛਮੀ। ਕਲਪਤਰ ਸਿਖਰ ਨਦੀ, ਸੋ ਨਾਗਰ ਨਦੀ ਚੇ ਨਾਥੰ। ਕਰਮ ਕਰ ਖਾਰ ਮਫੀਟ ਸਰੀ, ਦਾਦੀ ਲੈ ਲੰਕਾ ਗੜ ਉਪਾੜੀ ਲੈ। ਰਾਵਣ ਬਣ ਸਲ ਬੇਸਲ, ਆਣ ਤੋਖੀ ਲੈ ਹਰੀ। ਕਰਮ ਕਰ ਕਛੌਟੀ ਮਫੀਟ ਸਰੀ, ਪੂਰਬ ਲੋ ਕ੍ਰਿਤ ਕਰਮ ਨਾ ਮਿਟੈਰੀ। ਘਰ ਗੇਹਣ ਤਾਚੇ ਮੋਹੇ ਜਾਪਿਆ ਲੈ, ਰਾਮ ਚੇ ਨਾਮ। ਬਦਤ ਤਰਲੋਚਨ ਰਾਮ ਜੀ, ਪੂਰਬ ਲੋ ਕ੍ਰਿਤ ਕਰਮ ਨਾ ਮਿਟੇਰੀ। ਘਰ ਗੇਹਣ ਤਾਚੇ ਮੋਹਿ ਜਾਪਿਆ ਲੈ, ਰਾਮ ਚੇ ਨਾਮ। ਬਦਤ ਤਰਲੋਚਨ ਰਾਮ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ।
ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰੂ ਪਿਆਰਿਆਂ ਦੀ ਰਸਨਾ ਤੋਂ ਸਰਵਣ ਕੀਤੇ ਨੇ। ਚੱਲ ਰਹੀ ਲੜੀਵਾਰ ਕਥਾ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਆਪਾਂ ਜੁੜ ਕੇ ਬੈਠੇ ਹਾਂ। ਇਹ ਪਾਵਨ ਪਵਿੱਤਰ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 695 ਦੇ ਉੱਤੇ ਸੁਸ਼ੋਭਿਤ ਹੈ। ਧਨਾਸਰੀ ਰਾਗ ਹੈ। ਭਗਤ ਤ੍ਰਿਲੋਚਨ ਜੀ ਦੁਆਰਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਪਹਿਲੋਂ ਅਕਾਲ ਪੁਰਖ ਦਾ ਮੰਗਲ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਪ੍ਰਮਾਤਮਾ ਇੱਕ ਹੈ, ਉਹ ਪ੍ਰਕਾਸ਼ਕ ਹੈ, ਇੱਕ ਰਸ ਹੈ, ਉਹ ਸਤ ਰੂਪ ਹੈ, ਨਸ਼ਟ ਨਹੀਂ ਹੋਣੇ ਵਾਲਾ, ਉਸ ਦੀ ਹੋਂਦ ਹਮੇਸ਼ਾ ਹੈ। ਗੁਰੂ ਦੀ ਕਿਰਪਾ ਦੇ ਨਾਲ ਉਸ ਦੀ ਪ੍ਰਾਪਤੀ ਹੈ। ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ, ਦੁਕਰਤ ਸੁਕਰਤ ਥਾਰੋ ਕਰਮਰੀ। ਇਸ ਸ਼ਬਦ ਦੀ ਕਈ ਗ੍ਰੰਥਾਂ ਦੇ ਵਿੱਚ ਉਥਾਨਕਾ ਵੀ ਲਿਖੀ ਹੋਈ ਹੈ ਕਿ ਭਗਤ ਤ੍ਰਿਲੋਚਨ ਜੀ ਸੋਨਾ ਦੀ ਘਰ ਵਾਲੀ, ਉਹਨੇ ਕਿਹਾ ਨੌਕਰ ਚਾਹੀਦਾ, ਅਤੇ ਪ੍ਰਮਾਤਮਾ ਆਪ ਕਹਿੰਦੇ ਨੌਕਰ ਦਾ ਭੇਸ ਬਣਾ ਕੇ ਆਇਆ ਅਤੇ ਕਿਹਾ ਵੀ ਮੈਂ ਲੈਣਾ ਕੁਝ ਨਹੀਂ, ਰੋਟੀ ਚਾਹੀਦੀ, ਕੱਪੜਾ ਚਾਹੀਦਾ, ਸੋ ਜਿਸ ਦਿਨ ਮੇਰੀ ਨਿੰਦਿਆ ਕੀਤੀ ਉਸ ਦਿਨ ਮੈਂ ਇੱਥੋਂ ਚਲੇ ਜਾਣਾ। ਸੋ ਇੱਕ ਦਿਨ ਤ੍ਰਿਲੋਚਨ ਦੀ ਘਰ ਵਾਲੀ ਤੋਂ ਨਿੰਦਿਆ ਹੋ ਗਈ ਅਤੇ ਉਹ ਜਿਹੜਾ ਪ੍ਰਮਾਤਮਾ ਨੌਕਰ ਬਣ ਕੇ ਆਇਆ ਸੀ ਉਹ ਚਲਾ ਗਿਆ। ਉਹ ਦੁਖੀ ਹੋਈ ਅਤੇ ਫਿਰ ਭਗਤ ਤ੍ਰਿਲੋਚਨ ਜੀ ਨੇ ਉਹਨੂੰ ਸੰਬੋਧਨ ਕਰਦੇ ਕਹਿੰਦੇ ਸ਼ਬਦ ਉਚਾਰਿਆ। ਥਾਨਕਾ ਗ੍ਰੰਥਾਂ ਦੇ ਵਿੱਚ ਲਿਖੀ ਹੋਈ ਹੈ, ਪਰ ਅਸਲ ਦੇ ਵਿੱਚ ਹੈ ਆਪਣੀ ਜਿੰਦ ਨੂੰ ਸੰਬੋਧਨ ਹੈ। ਘਰ ਗਏ ਹਨ, ਘਰ ਦੀ ਮਾਲਕਣ। ਘਰ ਕੀ ਹੈ? ਸਰੀਰ। ਇਸ ਸਰੀਰ ਰੂਪ ਘਰ ਦੀ ਮਾਲਕਣ ਇਹ ਜਿੰਦ ਹੈ। ਆਪਣੀ ਜਿੰਦ ਨੂੰ ਸੰਬੋਧਨ ਕਰਦਿਆਂ ਹੋਇਆਂ ਭਗਤ ਜੀ ਨੇ ਸ਼ਬਦ ਉਚਾਰਿਆ, ਕਿਉਂਕਿ ਜਦੋਂ ਇਹ ਦੁਖੀ ਹੁੰਦਾ, ਜਿੰਦ ਹੀ ਦੁਖੀ ਹੁੰਦੀ ਹੈ, ਆਪਣੇ ਆਪ ਨੂੰ ਕੋਸਦਾ। ਜਦੋਂ ਕੋਈ ਅੜਚਣ ਪੈ ਜਾਂਦੀ ਆ, ਸਰੀਰਕ ਦੁੱਖ ਆ, ਕੋਈ ਚਿੰਤਾ ਲੱਗ ਗਈ ਹੈ, ਆਪਣੇ ਆਪ ਨੂੰ ਕੋਸਦਾ। ਉਹ ਫਿਰ ਜਿੰਦ ਨੂੰ ਹੀ ਸੰਬੋਧਨ ਹੈ ਸਾਰਾ। ਕਿਵੇਂ ਭਗਤ ਜੀ ਇਸ ਸ਼ਬਦ ਦੁਆਰਾ ਆਪਣੀ ਜਿੰਦ ਦੇ ਨਾਲ ਗੱਲਾਂ ਕਰਦੇ ਅਤੇ ਸਾਨੂੰ ਸਾਰਿਆਂ ਨੂੰ ਉਪਦੇਸ਼ ਹੈ। ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ। ਜਦ ਅਕਾਲ ਪੁਰਖ ਦੀ ਨਿੰਦਿਆ ਕਰਨੀ ਤਾਂ ਫਿਰ ਗਵਾਰ ਪਾਉਣਾ ਹੀ ਆ। ਉਹਦੀ ਨਿੰਦਿਆ ਕਿਉਂ? ਅਕਾਲ ਪੁਰਖ ਦੀ ਨਿੰਦਿਆ ਹੈ ਜਿੰਦੇ ਤੂੰ ਕਿਉਂ ਕਰਦੀ ਆ? ਕਾਹਦੇ ਵਾਸਤੇ? ਦੁਕ੍ਰਿਤ ਸੁਕ੍ਰਿਤ ਥਾਰੂ ਕਰਮਰੀ। ਦੁਕ੍ਰਿਤ ਹੁੰਦਾ ਮਾੜਾ ਕਰਮ, ਸੁਕ੍ਰਿਤ ਹੁੰਦਾ ਚੰਗਾ ਕਰਮ। ਦੁਕ੍ਰਿਤ ਹੈ ਦੁੱਖ, ਸੁਕ੍ਰਿਤ ਹੈ ਸੁੱਖ। ਦੁਕ੍ਰਿਤ ਹੈ ਪਾਪ, ਸੁਕ੍ਰਿਤ ਹੈ ਪੁੰਨ। ਜਿਹੜੇ ਤੇਰੇ ਚੰਗੇ ਮਾੜੇ ਤੇਰੇ ਕਰਮ ਕੀਤੇ ਆਪਣੇ ਨੇ, ਚੰਗੇ ਕਰਮਾਂ ਦਾ ਫਲ ਜਿਹੜਾ ਆ ਉਹ ਸੁੱਖ ਹੈ, ਅਤੇ ਮਾੜੇ ਕਰਮਾਂ ਦਾ ਜਿਹੜਾ ਫਲ ਹੈ ਉਹ ਦੁੱਖ ਹੈ। ਤੈਨੂੰ ਹੀ ਭੋਗਣਾ ਪੈਣਾ। ਇਸ ਕਰਕੇ ਜਦੋਂ ਤੈਨੂੰ ਦੁੱਖ ਆਉਂਦਾ, ਹੇ ਜਿੰਦੇ ਤੂੰ ਦੁਖੀ ਕਿਉਂ ਹੁੰਦੀ ਹੈ? ਤੂੰ ਕਿਉਂ ਪਰਮਾਤਮਾ ਪਰਮੇਸ਼ਰ ਨੂੰ ਕੋਸਣ ਲੱਗ ਪੈਂਦੀ ਆ? ਰਹਾਓ। ਸ਼ੰਕਰਾ ਮਸਤਕ ਬਸਤਾ ਸੁਰ ਸਰੀਸ਼ ਨਾਨ ਰੇ। ਸੋ ਚੰਦਰਮਾ ਦਾ ਜੋ ਨਿਵਾਸ ਹੈ, ਸ਼ੰਕਰਾ ਸ਼ਿਵ ਜੀ ਨੂੰ ਕਿਹਾ ਵੀ ਸ਼ਿਵ ਜੀ ਦੇ ਮੱਥੇ ਦੇ ਵਿੱਚ ਚੰਦਰਮਾ ਦਾ ਨਿਵਾਸ ਹੈ। ਸੋ ਉਹਨੂੰ ਪੁੱਛਿਆ ਗਿਆ ਸੀ ਨਾ ਵੀ ਤੂੰ ਕਿੱਥੇ ਰਹਿਣਾ? ਕਹਿੰਦਾ ਮੈਂ ਵਾਸ ਕਰਨਾ ਕਿੱਥੇ? ਤੇਰੇ ਮੱਥੇ ਦੇ ਵਿੱਚ। ਗੰਗਾ ਨਿਕਲਦੀ, ਗੰਗਾ 'ਚ ਇਸ਼ਨਾਨ ਕਰਿਆ ਕਰਾਂਗਾ। ਕੁਲ ਜਨਮ ਦੇ ਮਿਲਿਓ ਸਾਰਿਗ ਪਾਨ ਰੇ। ਹੁਣ ਇਹਦੀ ਜਿਹੜੀ ਚੰਦਰਮਾ ਦੀ ਕੁੱਲ ਸੀ, ਇਹਦੇ ਵਿੱਚ ਵਿਸ਼ਨੂੰ ਭਗਵਾਨ ਦਾ ਅਵਤਾਰ, ਕ੍ਰਿਸ਼ਨ ਦਾ ਅਵਤਾਰ ਹੁੰਦਾ। ਵਿਸ਼ਨੂੰ ਭਗਵਾਨ ਜਿਹਨੂੰ ਸਾਰਗਪਾਨ ਕਿਹਾ ਜਾਂਦਾ, ਹੱਥ ਵਿੱਚ ਧਨੁਖ ਫੜਨੇ ਵਾਲਾ ਵਿਸ਼ਨੂੰ, ਉਸ ਦਾ ਅਵਤਾਰ ਕ੍ਰਿਸ਼ਨ ਚੰਦਰਵੰਸ਼ੀ ਸੀ। ਚੰਦਰਮਾ ਦੀ ਕੁੱਲ ਵਿੱਚ ਪੈਦਾ ਹੁੰਦਾ। ਕਰਮ ਕਰ ਕਲੰਕ ਮਫੀਟ ਸਰੀ। ਪਰ ਚੰਦਰਮਾ ਦੇ ਕੋਲੋਂ ਐਸਾ
ਕਲੰਕ ਐਸਾ ਮਾੜਾ ਕਰਮ ਹੋਇਆ। ਗੌਤਮ ਰਿਖੀ ਦੀ ਇਸਤਰੀ ਅਹਿਲਿਆ, ਸੋ ਉਹਦੀ ਵੀ ਇੱਕ ਸਾਖੀ ਆਉਂਦੀ ਆ। ਉਹ ਜਿਹੜਾ ਕਰਮ ਕਲੰਕ ਸੀ ਇਹਦੇ ਮੱਥੇ 'ਤੇ ਲੱਗ ਗਿਆ, ਉਹ ਨਹੀਂ ਮਿਟਿਆ। ਕਲੰਕ ਜਦੋਂ ਇੱਕ ਵਾਰੀ ਲੱਗ ਜਾਂਦਾ ਮੱਥੇ 'ਤੇ, ਉਹ ਮਿਟਦਾ ਨਹੀਂ ਹੈ। ਭਗਤ ਤਰਲੋਚਨ ਜੀ ਆਪਣੀ ਜਿੰਦ ਨੂੰ ਸੰਬੋਧਨ ਕਰਦੇ ਨੇ। ਸੋ ਇਹ ਚੰਦਰਮਾ ਜਿਹੜਾ ਕਿ ਸ਼ਿਵ ਜੀ ਦੇ ਮੱਥੇ 'ਤੇ ਰਹਿ ਰਿਹਾ, ਗੰਗਾ ਪਤਾ ਨਹੀਂ ਕਿੰਨਿਆਂ ਕੁ ਦੇ ਪਾਪ ਧੋਂਦੀ ਹੈ। ਇਹ ਕਲੰਕ ਇਹਦੇ ਮਸਤਕ 'ਤੇ ਐਸਾ ਲੱਗਾ, ਚੰਦਰਮਾ 'ਤੇ ਐਸਾ ਕਲੰਕ ਲੱਗਾ, ਸ਼ਿਵ ਜੀ ਦੇ ਮੱਥੇ 'ਤੇ ਰਹਿ ਕੇ ਵੀ, ਗੰਗਾ ਵਿੱਚ ਰੋਜ਼ ਇਸ਼ਨਾਨ ਕਰਕੇ ਵੀ, ਅਤੇ ਇਸ ਦੀ ਵੰਸ਼ ਵਿੱਚ ਵਿਸ਼ਨੂੰ ਦੇ ਆਉਣ ਦੇ ਬਾਵਜੂਦ ਵੀ ਇਹ ਕਲੰਕਤ ਰਿਹਾ। ਇਹ ਕਲੰਕ ਨਹੀਂ ਇਹਦਾ ਮਿਟਿਆ। ਇਸ ਕਰਕੇ ਬਾਣੀ ਕਹਿੰਦੀ ਭਾਈ ਮੰਦਾ ਮੂਲ ਨਾ ਕੀਚੇ ਤੇ ਲੰਮੀ ਨਜ਼ਰ ਨਿਹਾਲੀ ਹੈ। ਜੋ ਕਰਮ ਕਰਨਾ ਨਾ, ਪਹਿਲੋਂ ਲੰਬੀ ਸੋਚ ਕਰਕੇ ਸੋਚ ਲਓ ਵੀ ਇਹਦਾ ਫਲ ਕੀ ਆ। ਚੰਗਾ ਆ ਤਾਂ ਕਰੋ, ਮਾੜਾ ਆ ਤਾਂ ਉਹਨੂੰ ਛੱਡ ਦਿਓ, ਕਿਉਂਕਿ ਕਲੰਕ ਜਿਹੜਾ ਇਹ ਮਿਟਦਾ ਨਹੀਂ ਹੈ। ਕਹਿੰਦੇ ਮਫੀਟ ਅਸਰੀ ਇਹ ਨਹੀਂ ਫਟਦਾ, ਇਹ ਨਹੀਂ ਪਰੇ ਹਟਦਾ ਕਲੰਕ ਜਿਹੜਾ ਹੁੰਦਾ। ਵਿਸ਼ਵ ਕਾ ਦੀਪਕ ਸੁਆਮੀ ਤਾਚੇ ਸਵਾਰਥੀ, ਪੰਖੀ ਰਾਏ ਗਰੁੜ ਤਾਂਚੇ ਬਾਦ ਵਾਹ। ਵਿਸ਼ਵ ਕਾ ਦੀਪਕ ਸੂਰਜ ਹੈ, ਸਾਰੇ ਸੰਸਾਰ ਦਾ ਦੀਵਾ ਆ, ਸਾਰੇ ਸੰਸਾਰ ਨੂੰ ਰੌਸ਼ਨੀ ਦਿੰਦਾ। ਵਿਸ਼ਵ ਕਾ ਦੀਪਕ ਸੁਆਮੀ, ਸੁਆਮੀ ਹੋਇਆ ਨਾ ਸਾਰੇ ਸੰਸਾਰ ਦਾ। ਤਾਚੇ ਰੇ ਸਵਾਰਥੀ, ਉਹਦਾ ਜਿਹੜਾ ਰੱਥ ਚਲਾਉਣੇ ਵਾਲਾ ਉਹ ਹੈ ਅਰੁਣ। ਅਰੁਣ, ਅਰੁਣ ਅਤੇ ਗਰੁੜ ਇਹ ਦੋਨੇ ਹੀ ਭਰਾ ਨੇ ਸਕੇ। ਕਹਿੰਦੇ ਪੰਖੀ ਰਾਏ ਗਰੁੜ ਤਾਚੇ ਬਾਦ ਵਾਹ। ਅਰੁਣ ਦਾ ਭਰਾ ਆ ਗਰੁੜ, ਅਤੇ ਗਰੁੜ ਦੀ ਸਵਾਰੀ ਕਰਦੇ ਨੇ ਕਹਿੰਦੇ ਵਿਸ਼ਨੂੰ ਜੀ। ਪਰ ਕਰਮ ਕਰ ਅਰੁਣ ਪਿੰਗੁਲਾਰੀ, ਗਰੁੜ ਜਿਹੜਾ ਆ ਜਿਹਦੀ ਸਵਾਰੀ ਵਿਸ਼ਨੂੰ ਜੀ ਕਰਦੇ ਨੇ, ਉਹ ਆਪਣੇ ਭਰਾ ਦਾ ਪਿੰਗਲਾਪਨ ਦੂਰ ਨਹੀਂ ਕਰ ਸਕਿਆ, ਕਿਉਂਕਿ ਅਰੁਣ ਦੇ ਕਰਮ ਐਸੇ ਸੀ। ਬਚਪਨ ਦੇ ਵਿੱਚ ਉਸਨੇ ਸੋ ਤਿੱਡੇ ਦੀਆਂ ਕਹਿੰਦੇ ਅੱਖਾਂ ਭੰਨੀਆਂ ਸੀਗੀਆਂ, ਅਤੇ ਉਹਨੂੰ ਸੂਲੀ 'ਤੇ ਚੜ੍ਹ ਕੇ ਭੰਬੀਰੀ ਵਾਂਗੂ ਘੁਮਾਇਆ ਸੀਗਾ, ਜਿਹਦੇ ਕਰਕੇ ਇਹਨੂੰ ਕਰਮਾਂ ਦਾ ਫਲ ਅਰੁਣ ਨੂੰ ਭੋਗਣਾ ਪਿਆ। ਇਹ ਪਿੰਗਲਾ ਹੈ, ਅਤੇ ਜਿਵੇਂ ਇਹਨੇ ਉਹਨੂੰ ਬੀਂਡੇ ਨੂੰ ਘੁਮਾਇਆ ਸੀ, ਅਤੇ ਭੌਂਦਾ ਹੀ ਫਿਰਦਾ, ਭੌਂਦਾ ਹੀ ਫਿਰਦਾ। ਕੀਤਾ ਹੋਇਆ ਕਰਮ ਕਹਿੰਦੇ ਉਹ ਨਹੀਂ ਮਿਟਦਾ। ਅਨੇਕ ਪਾਤਿਕ ਹਰਤਾ ਤ੍ਰਿਭੁਵਨ ਨਾਥਰੀ। ਸ਼ਿਵ ਜੀ ਦੀ ਗੱਲ ਕੀਤੀ ਹੈ, ਪਤਾ ਨਹੀਂ ਕਿੰਨਿਆਂ ਕੁ ਦੇ ਪਾਪਾਂ ਨੂੰ ਉਹ ਖਤਮ ਕਰਦਾ। ਇਹਨੂੰ ਤ੍ਰਿਭੁਵਨ ਨਾਥਰੀ ਕਹਿ ਦਿੱਤਾ। ਤਿੰਨਾਂ ਲੋਕਾਂ ਦਾ ਕਹਿੰਦੇ ਨਾਥ ਤੁਸੀਂ ਆਖਦੇ ਹੋ, ਪਰ ਇਹਨੂੰ ਵੀ ਤੀਰਥ ਤੀਰਥ ਭ੍ਰਮਤਾ, ਤੀਰਥਾਂ ਦੇ ਉੱਤੇ ਭਟਕਣਾ ਪੈ ਗਿਆ ਸੀ। ਲਹਿ ਨਾ ਪਾਰ ਰੀ, ਨਹੀਂ ਸੀ ਇਹਦਾ ਪਾਰ ਉਤਾਰਾ ਹੋਇਆ। ਸੋ ਇਹ ਵੀ ਇੱਕ ਹਿੰਦੂ ਧਾਰਮਿਕ ਜੋ ਗ੍ਰੰਥ ਨੇ ਉਹਨਾਂ ਦੇ ਵਿੱਚ ਇਹਦਾ ਵੀ ਜ਼ਿਕਰ ਹੈ ਕਿ ਬ੍ਰਹਮਾ ਪਾਸੋਂ ਬੜਾ ਭਾਰੀ ਪਾਪ ਹੋਣਾ ਸੀ। ਮੰਦੀ ਦ੍ਰਿਸ਼ਟੀ ਆਪਣੀ ਹੀ ਲੜਕੀ 'ਤੇ ਕਰ ਗਿਆ, ਅਤੇ ਸ਼ਿਵ ਜੀ ਨੇ ਇਸ ਦੇ ਸਿਰ ਨੂੰ ਕੱਟ ਦਿੱਤਾ ਸੀ। ਸੋ ਇੰਝ ਧਾਰਮਿਕ ਗ੍ਰੰਥਾਂ ਦੇ ਵਿੱਚ ਇਹ ਗੱਲ, ਹਿੰਦੂ ਧਰਮ ਗ੍ਰੰਥਾਂ ਵਿੱਚ ਇਹ ਲਿਖੀ ਹੋਈ ਹੈ। ਉਹ ਬ੍ਰਹਮ ਹੱਤਿਆ ਦਾ ਦੋਸ਼ ਲੱਗਾ। ਜਿਹੜੀ ਖੋਪੜੀ ਸੀ ਉਹ ਸ਼ਿਵ ਜੀ ਦੇ ਹਥੇਲੀ ਦੇ ਨਾਲ ਚਿੰਬੜ ਗਈ। ਕਪਾਲ, ਕਪਾਲ ਖੋਪੜੀ ਨੂੰ ਕਿਹਾ ਜਾਂਦਾ ਹੈ। ਹੁਣ ਉਸ ਖੋਪੜੀ ਨੂੰ ਆਪਣੇ ਹੱਥ ਦੇ ਨਾਲ ਲਾਉਣ ਵਾਸਤੇ ਉਹਨੂੰ ਤੀਰਥਾਂ 'ਤੇ ਭਟਕਣਾ ਪਿਆ ਸੀ, ਪਰ ਕਿਸੇ ਵੀ ਤੀਰਥ 'ਤੇ ਇਸ਼ਨਾਨ ਕਰਕੇ ਖੋਪੜੀ ਹੱਥ ਦੇ ਨਾਲੋਂ ਲਿੱਥੀ ਨਹੀਂ ਸੀ। ਕਪਾਲ ਮੋਚਨ ਤੀਰਥ ਹੈ, ਉੱਥੇ ਜਦੋਂ ਇਸ਼ਨਾਨ ਕੀਤਾ, ਇੱਧਰ ਥਨੇਸਰ ਵਾਲੇ ਸਥਾਨ 'ਤੇ, ਇਸ ਜਗ੍ਹਾ 'ਤੇ, ਫਿਰ ਜਾ ਕੇ ਕਿਤੇ ਉਹਦੀ ਖੋਪੜੀ ਹੱਥ ਨਾਲੋਂ ਲਿੱਥੀ ਸੀ। ਕਰਮ ਜਿਹੜਾ ਨਾ, ਕਰਮ ਮਿਟਦਾ ਨਹੀਂ ਹੈ। ਸ਼੍ਰੀ ਕਰ ਕਹਿੰਦੇ ਤਿੰਨਾਂ ਭਵਨਾਂ ਦਾ ਨਾਥ, ਲੋਕਾਂ ਦੇ ਪਾਪ ਦੂਰ ਕਰਨੇ ਵਾਲਾ। ਪਰ ਜਦੋਂ ਇਹਨੂੰ ਬ੍ਰਹਮ ਹੱਤਿਆ ਦਾ ਦੋਸ਼ ਲੱਗਾ, ਇਹਨੂੰ ਤੀਰਥਾਂ 'ਤੇ ਭਟਕਣਾ ਪੈ ਗਿਆ ਸੀਗਾ।
ਕਰਮ ਕਰ ਕਪਾਲ ਮਫੀਠ ਸਰੀ। ਉਹ ਕਰਮ ਹੀ ਐਸਾ ਸੀ ਕਿ ਜਿਹੜੀ ਖੋਪੜੀ ਸੀ ਹੱਥੋਂ ਲੈ ਨਹੀਂ ਸੀ ਰਹੀ। ਕਪਾਲ ਮੋਚਨ 'ਤੇ ਆਣ ਕੇ ਖੋਪੜੀ ਹੱਥੋਂ ਲਿੱਥੀ ਸੀ। ਅੰਮ੍ਰਿਤ ਸਸੀ ਤੇਨ ਲਛਮੀ ਕਲਪਤਰ ਸਿਖਰ ਸੋਨਾਗਰ ਨਦੀ ਚੇ ਨਾਥੰ। ਇੱਕ ਵਾਰੀ ਜ਼ਿਕਰ ਆਇਆ ਸੀ ਵੀ ਦੇਵਤਿਆਂ ਅਤੇ ਦੈਂਤਾਂ ਨੇ ਮਿਲ ਕੇ ਸਮੁੰਦਰ ਮੰਥਨ ਕੀਤਾ ਸੀ, ਸਮੁੰਦਰ ਰਿੜਕਿਆ, ਉਹਦੇ ਵਿੱਚੋਂ 14 ਰਤਨ ਨਿਕਲੇ ਸੀ। ਜਦੋਂ ਸਮੁੰਦਰ ਨੂੰ ਰਿੜਕਿਆ ਗਿਆ, ਇਹਦੇ ਵਿੱਚ ਹੀ ਅੰਮ੍ਰਿਤ ਸੀ, ਅੰਮ੍ਰਿਤ ਵੀ ਸਮੁੰਦਰ 'ਚੋਂ ਨਿਕਲਿਆ। ਫਿਰ ਸੱਸੀ ਚੰਦ ਸਮੁੰਦਰ 'ਚੋਂ ਕਹਿੰਦੇ ਨਿਕਲਿਆ। ਸੋ ਹੁਣ ਤਾਂ ਸਾਰੀਆਂ ਗੱਲਾਂ ਦਾ ਖੁਲਾਸਾ ਹੋ ਗਿਆ ਨਾ ਵੀ ਚੰਦ ਜਿਹੜਾ ਆ ਉਹ ਕੋਈ ਸਮੁੰਦਰ 'ਚੋਂ ਨਹੀਂ ਨਿਕਲਿਆ ਹੋਇਆ ਹੈ। ਚੰਦ ਨੂੰ ਤਾਂ ਦੇਖ ਕੇ ਜਦੋਂ ਪੁੰਨਿਆ ਹੁੰਦੀ ਆ ਅਤੇ ਜਵਾਹਰ ਭਾਟਾ ਆ ਜਾਂਦਾ, ਅਤੇ ਸਮੁੰਦਰ 'ਚੋਂ ਕੀ ਨਿਕਲਣਾ ਹੈ। ਪਰ ਉਹ ਪੁਰਾਤਨ ਗ੍ਰੰਥ ਜਿਹੜੇ ਨੇ ਹਿੰਦੂ ਧਾਰਮਿਕ ਗ੍ਰੰਥ, ਉਹਨਾਂ 'ਚ ਇਹ ਲਿਖਿਆ ਜਿਹੜੇ 14 ਰਤਨਾਂ ਦੇ ਨਾਂ ਲਿਖੇ ਹੋਏ ਨੇ। ਸੋ ਸਸੀ ਚੰਦਰਮਾ ਸੂਰਜ ਸਮੁੰਦਰ 'ਚੋਂ ਨਿਕਲਿਆ। ਧੇਨ ਜਿਹੜੀ ਕਾਮ ਧੇਨ ਗਊ ਹੈ, ਇਹ ਵੀ ਮੰਨਿਆ ਜਾਂਦਾ ਕਿ ਸਮੁੰਦਰ 'ਚੋਂ ਨਿਕਲੀ ਹੈ। ਲਛਮੀ ਇਹ ਵੀ ਸਮੁੰਦਰ 'ਚੋਂ ਨਿਕਲੀ। ਕਲਪਤਰ ਸਵਰਗ ਦਾ ਰੁੱਖ ਕਲਪਤਰ, ਸੋ ਇਹ ਵੀ ਸਮੁੰਦਰ 'ਚੋਂ ਨਿਕਲਿਆ। ਸਿਖਰ 7 ਕੰਨਾਂ ਵਾਲਾ ਘੋੜਾ, ਜਿਹੜਾ ਕਿ ਸੂਰਜ ਦੇ ਰੱਥ ਨੂੰ ਜੁੜਦਾ। ਸੋ ਸਿਖਰ 7 ਕੰਨਾਂ ਵਾਲਾ ਘੋੜਾ, ਇਹ ਵੀ ਸਮੁੰਦਰ 'ਚ ਨਿਕਲਿਆ। ਸੁਨਾਗਰ ਧਨੰਤਰ ਵੈਦ, ਇਹ ਵੀ ਸਮੁੰਦਰ ਵਿੱਚੋਂ ਨਿਕਲਿਆ। ਸੋਨਾਗਰ ਨਦੀ ਚੇ ਨਾਥੰ, ਸਾਰੀਆਂ ਨਦੀਆਂ ਦਾ ਨਾਥ, ਸਾਰੀਆਂ ਨਦੀਆਂ ਦਾ ਸੁਆਮੀ, ਜਿਹਦੇ ਵਿੱਚੋਂ 14 ਰਤਨ ਕੱਢੇ ਗਏ ਸਨ। ਕਹਿੰਦੇ ਕਰਮ ਕਰ ਖਾਰ ਮਫੀਟ ਸਰੀ। ਪਰ ਆਪਣੇ ਕੀਤੇ ਹੋਏ ਕਰਮਾਂ ਕਰਕੇ ਸਮੁੰਦਰ ਖਾਰ ਆਇਆ, ਹੈ ਨਾ। ਰਿਸ਼ੀਆਂ ਮੁਨੀਆਂ ਦਾ ਵਚਨ ਨਹੀਂ ਮੰਨਿਆ। ਅਗਸਤ ਮੁਨੀ ਨੇ ਫਿਰ ਇਹਨੂੰ ਖਾਰਾ ਕਰ ਦਿੱਤਾ ਸੀਗਾ, ਸਮੁੰਦਰ ਖਾਰਾ। ਉਹਦਾ ਕਰਮ ਹੀ ਐਸਾ ਸੀ, ਕਿਉਂਕਿ ਸੋ ਇਹਨਾਂ ਨੂੰ ਲੰਘਣ ਨਹੀਂ ਦੇ ਰਿਹਾ। ਛੱਲਾਂ ਉੱਚੀਆਂ ਉੱਚੀਆਂ ਕਹਿੰਦੇ ਮਾਰਦਾ ਸੀ। 2.5 ਚੋਲੀਆਂ 'ਚ ਸਾਰਾ ਸਮੁੰਦਰ ਪੀਣੇ ਵਾਲਾ ਅਗਸਤ ਮੁਨੀ। ਅਤੇ ਬਾਅਦ ਵਿੱਚ ਸੋ ਉਸਨੂੰ ਜਦੋਂ ਛੱਡਿਆ ਅਤੇ ਇਹਦਾ ਪਾਣੀ ਸਾਰਾ ਖਾਰਾ। ਕਹਿੰਦੇ ਕਰਮ ਹੀ ਉਹਦਾ ਐਸਾ, ਪਾਣੀ ਖਾਰਾ ਉਹਦਾ। ਕਹਿੰਦੇ ਦਾਦੀ ਲੈ ਲੰਕਾ ਗੜ ਉਪਾੜੀ ਲੈ, ਰਾਵਣ ਬਣ ਸਲ ਬਿਸਲ ਆਣ ਤੋਖੀ ਲੈ ਹਰੀ। ਇਹ ਉਸ ਸਮੇਂ ਦਾ ਜ਼ਿਕਰ ਹੈ ਜਦੋਂ ਰਾਮ ਅਤੇ ਰਾਵਣ ਦਾ ਯੁੱਧ ਹੁੰਦਾ। ਰਾਵਣ ਸੀਤਾ ਦਾ ਹਰਨ ਕਰਦਾ। ਸੀਤਾ ਦੇ ਵਿਯੋਗ ਦੇ ਵਿੱਚ ਰਾਮ ਜੀ ਬੜੇ ਪਰੇਸ਼ਾਨ ਨੇ। ਫਿਰ ਸੀਤਾ ਦੀ ਖਬਰ ਲੈਣ ਵਾਸਤੇ ਹਨੂੰਮਾਨ ਜੀ ਜਾਂਦੇ ਨੇ। ਹੁਣ ਸਾਰੀ ਰਾਮਾਇਣ ਦੇ ਵਿੱਚੋਂ ਹਨੂੰਮਾਨ ਇੱਕ ਐਸਾ ਕਰੈਕਟਰ ਹੈ, ਇੱਕ ਐਸਾ ਪਾਤਰ ਹੈ। ਹਨੂੰਮਾਨ ਨੂੰ ਰਾਮਾਇਣ ਦੇ ਵਿੱਚੋਂ ਕੱਢ ਦਿਓ ਅਤੇ ਰਾਮਾਇਣ ਵਿੱਚ ਕੁਝ ਨਹੀਂ ਰਹਿ ਜਾਂਦਾ। ਸੋ ਸਾਰੀ ਰਾਮਾਇਣ ਹਨੂੰਮਾਨ ਦੇ ਹੀ ਆਲੇ ਦੁਆਲੇ ਘੁੰਮਦੀ ਹੈ। ਹਨੂੰਮਾਨ ਜੀ ਗਏ ਜਾ ਕੇ ਅਸ਼ੋਕ ਵਾਟਕਾ ਵਿੱਚ ਸੀਤਾ ਜੀ ਦੀ ਖਬਰ ਲਈ। ਉਹਨਾਂ ਨੂੰ ਮਿਲੇ, ਦੱਸਿਆ ਵੀ ਹਾਂ ਵੀ ਤੁਹਾਡੀ ਆਜ਼ਾਦੀ, ਤੁਹਾਡੀ ਬੰਦ ਖਲਾਸੀ ਛੇਤੀ ਹੋਵੇਗੀ। ਉਹ ਜਿਹੜਾ ਅਸ਼ੋਕ ਵਾਟਕਾ ਸਾਰਾ ਬਾਗ ਉਹ ਪੁੱਟਿਆ। ਫਿਰ ਇਹਨੂੰ ਕੈਦ ਕਰ ਲਿਆ ਸੀ ਰਾਵਣ ਦੇ ਸਿਪਾਹੀਆਂ ਨੇ। ਕਹਿੰਦੇ ਇਹਨੂੰ ਸਜ਼ਾ ਕੀ ਦਈਏ। ਜਿਹੜੇ ਬਾਂਦਰ ਹੁੰਦੇ ਆ ਇਹਨਾਂ ਨੂੰ ਆਪਣੀ ਪੂਛ ਨਾਲ ਬਹੁਤ ਪਿਆਰ ਹੁੰਦਾ, ਇਹਦੀ ਪੂਛ ਸਾੜ ਦਿਓ। ਪੂਛ ਨੂੰ ਅੱਗ ਲਾਤੀ ਅਤੇ ਹਨੂੰਮਾਨ ਨੇ ਆਪਣੀ ਲੱਗੀ ਹੋਈ ਪੂਛ ਨੂੰ, ਜਿਹੜੀ ਦੀ ਅੱਗ ਸੀਗੀ, ਉਹਨਾਂ ਟਪੂਸੀਆਂ ਮਾਰ ਮਾਰ ਕੇ ਸਾਰੀ ਲੰਕਾ ਨੂੰ ਸਾੜ ਦਿੱਤਾ ਸੀਗਾ। ਇਕੱਲੇ ਨੇ ਹੀ ਲੰਕਾ ਸਾੜ ਦਿੱਤੀ। ਕਹਿੰਦੇ ਉਹਦਾ ਜ਼ਿਕਰ ਆਇਆ। ਕਹਿੰਦੇ ਦਾਦੀ ਲੈ ਲੰਕਾ ਗੜ। ਉਹ ਲੰਕਾ ਦਾ ਕਿਲ੍ਹਾ ਕਿਤੇ ਛੋਟਾ ਕਿਲ੍ਹਾ ਥੋੜ੍ਹੀ ਸੀਗਾ, ਬੜਾ ਵੱਡਾ ਕਿਲ੍ਹਾ ਸੀ। ਉਹਨੂੰ ਭੇਦਣਾ, ਉਸ ਕਿਲ੍ਹੇ ਵਿੱਚ ਪ੍ਰਵੇਸ਼ ਕਰਨਾ,
ਤੇ ਕੋਈ ਨਹੀਂ ਸੀ ਉੱਥੇ ਪ੍ਰਵੇਸ਼ ਕਰ ਸਕਦਾ। ਪਰ ਹਨੂਮਾਨ ਜੀ ਨੇ ਇਕੱਲੇ ਨੇ ਹੀ ਇਸ ਲੰਕਾ ਨੂੰ ਕਹਿੰਦੇ ਸਾੜ ਦਿੱਤਾ। ਉਪਾੜੀ ਲੈ ਰਾਵਣ ਬਣ ਅਸ਼ੋਕ ਵਾਟਿਕਾ, ਇਹੋ ਜਿਹਾ ਇੱਕ ਬਾਗ ਜਿੱਥੇ ਹਰ ਇੱਕ ਤਰ੍ਹਾਂ ਦਾ ਬੂਟਾ ਸੁਸ਼ੋਭਿਤ ਸੀ, ਫਲਦਾਰ, ਫੁੱਲਦਾਰ। ਸੋ ਜਿਸ ਬਾਗ ਵਿੱਚ ਜਾ ਕੇ ਇੰਝ ਮਹਿਸੂਸ ਹੁੰਦਾ ਸੀ ਵੀ ਧਰਤੀ 'ਤੇ ਨਹੀਂ ਕਿਤੇ ਸਵਰਗ ਦੇ ਵਿੱਚ ਘੁੰਮਦੇ। ਇਹੋ ਜਿਹਾ ਸੋਹਣਾ ਬਾਗ ਸੀਗਾ। ਉਹ ਸਾਰੇ ਬਾਗ ਨੂੰ ਇਸਨੇ ਤਹਿਸ਼ ਨਹਿਸ਼ ਕਰ ਦਿੱਤਾ ਸੀ। ਕਹਿੰਦੇ ਰਾਵਣ ਬਣ ਉਪਾੜੀ ਲੈ, ਕਹਿੰਦੇ ਪੁੱਟ ਕੇ ਰੱਖ ਦਿੱਤਾ। ਬੜੇ ਬੜੇ ਦਰਖਤ ਪੁੱਟ ਕੇ ਰੱਖ ਦਿੱਤੇ ਸੀਗੇ। ਫਿਰ ਸਲ ਬੇਸਲ ਆਣ ਤੋਖੀ ਲੈ ਹਰੀ, ਜਦੋਂ ਯੁੱਧ ਹੋ ਗਿਆ ਸੀ ਨਾ, ਉਸ ਯੁੱਧ ਦੇ ਵਿੱਚ ਲਛਮਣ ਜੀ ਮੁਰਸ਼ਿਦ ਹੋ ਗਏ ਸੀ। ਤੀਰ ਐਸਾ ਲੱਗਾ ਬੇਹੋਸ਼ ਹੋ ਗਏ। ਸੋ ਜੇ ਹੋਰ ਕੁਝ ਸਮਾਂ ਹੋਸ਼ ਨਾ ਆਉਂਦੀ ਤੇ ਲਛਮਣ ਨੇ ਮ੍ਰਿਤਕ ਹੋ ਜਾਣਾ ਸੀ, ਮਰ ਜਾਣਾ ਸੀ। ਸੰਜੀਵਨੀ ਬੂਟੀ, ਪਹਾੜਾਂ ਦੇ ਵਿੱਚ ਸੰਜੀਵਨੀ ਬੂਟੀ ਉਹ ਲੈ ਕੇ ਆਏ ਹਨੂੰਮਾਨ ਜੀ। ਤੇ ਜਦੋਂ ਸੰਜੀਵਨੀ ਬੂਟੀ ਲੈਣ ਦੀ ਤੇ ਰਾਮ ਚੰਦਰ ਜੀ ਬੜੇ ਖੁਸ਼ ਹੋਏ ਸੀ, ਬੜੇ ਪ੍ਰਸੰਨ ਸੀ, ਕਿਉਂਕਿ ਉਸ ਸੰਜੀਵਨੀ ਬੂਟੀ ਦਾ ਸਦਕਾ ਹੀ ਲਛਮਣ ਨੂੰ ਮੁੜ ਕੇ ਹੋਸ਼ ਆਇਆ ਸੀਗਾ। ਸੋ ਉਸ ਗੱਲ ਦਾ ਭਗਤ ਜੀ ਜ਼ਿਕਰ ਕਰ ਰਹੇ ਨੇ। ਕਹਿੰਦੇ ਸਲ ਹੁੰਦਾ ਦੁੱਖ ਪੀੜਾ, ਬੇਸਲ ਹੁੰਦਾ ਆ ਪੀੜਾ ਤੋਂ ਮੁਕਤ ਹੋ ਜਾਣਾ। ਵੀ ਸੰਜੀਵਨੀ ਬੂਟੀ ਲਿਆ ਕੇ ਹਨੂੰਮਾਨ ਜੀ ਨੇ ਲਛਮਣ ਜੀ ਨੂੰ ਪੀੜਾ ਤੋਂ ਮੁਕਤ ਕੀਤਾ, ਮੁਰਛਾ ਤੋਂ ਉਹਨਾਂ ਨੂੰ ਮੁਕਤ ਕੀਤਾ। ਵਿਛੋੜੇ ਦੀ ਪੀੜਾ ਸੀ ਰਾਮ ਜੀ ਨੂੰ, ਵਿਛੋੜੇ ਦੀ ਪੀੜਾ ਤੋਂ ਮੁਕਤ ਕੀਤਾ ਰਾਮ ਜੀ ਨੂੰ। ਆਣ ਤੋਖੀ ਲੈ ਹਰੀ, ਇਹਦੇ ਨਾਲ ਹਰੀ ਕੌਣ? ਰਾਮ ਜੀ। ਤੋਖੀ ਲੈ ਪ੍ਰਸੰਨ ਹੋ ਗਏ। ਰਾਮ ਜੀ ਨੂੰ ਪ੍ਰਸੰਨ ਕਰਨੇ ਵਾਲੇ ਹਨੂੰਮਾਨ ਜੀ। ਕਰਮ ਕਰ ਕਛੌਟੀ ਮਫੀਟ ਸਰੀ, ਪਰ ਉਹਦੇ ਕਰਮ ਹੀ ਐਸੇ ਸੀ, ਉਹ ਆਪਣੇ ਤਨ 'ਤੇ ਕੋਈ ਕੱਪੜਾ ਨਹੀਂ ਸੀ ਪਾ ਸਕਦੇ। ਉਂਝ ਤਾਂ ਜਿਹੜੇ ਜੰਗਲ ਵਿੱਚ ਰਹਿਣੇ ਵਾਲੇ ਬਾਂਦਰ ਜਾਤ ਹੈ, ਕੱਪੜਾ ਤਾਂ ਕੋਈ ਨਹੀਂ ਪਾਉਂਦਾ। ਪਰ ਹੁਣ ਪੁਰਾਤਨ ਕਥਾ ਕਿਵੇਂ ਹੈ, ਕਿੱਦਾਂ ਹੋਈ ਸੀ ਸਾਰੀ, ਇਹ ਤਾਂ ਜਿੱਦਾਂ ਜਿੱਦਾਂ ਗ੍ਰੰਥਾਂ ਵਿੱਚ ਲਿਖੀ ਹੋਈ ਹੈ ਉਸੇ ਤਰ੍ਹਾਂ ਸਾਡੇ ਪਾਸੇ ਕਥਾ ਆਈ ਹੈ। ਇਹਦੇ ਜਿਹੜੇ ਰਿਸ਼ੀਆਂ ਮੁਨੀਆਂ ਦੇ ਨਾਲ ਹਨੂੰਮਾਨ ਜੀ ਬਚਪਨ ਅਵਸਥਾ ਦੇ ਵਿੱਚ ਸ਼ਰਾਰਤਾਂ ਬੜੀਆਂ ਕਰਦੇ ਹੁੰਦੇ ਸੀਗੇ। ਰਿਸ਼ੀ ਮੁਨੀ ਨਦੀ ਵਿੱਚ ਇਸ਼ਨਾਨ ਕਰਨ ਗਏ ਅਤੇ ਇਹਨੇ ਉਹਨਾਂ ਦੇ ਕੱਪੜੇ ਸਾਰੇ ਚੁੱਕ ਲਏ। ਸੋ ਅਨੇਕਾਂ ਵਾਰੀ ਕਹਿਣ ਦੇ ਬਾਵਜੂਦ ਵੀ ਕੱਪੜੇ ਨਹੀਂ ਦਿੱਤੇ। ਉਹਨਾਂ ਨੇ ਸ਼ਰਾਪ ਦੇ ਦਿੱਤਾ ਵੀ ਜਾਂ ਤੇਰੇ ਤਨ 'ਤੇ ਕੋਈ ਕੱਪੜਾ ਹੀ ਨਹੀਂ ਠਹਿਰੇਗਾ। ਇਹਦੇ ਕਰਕੇ ਕੱਪੜਾ ਨਹੀਂ ਸੀ ਪਾ ਸਕਦਾ, ਕਹਿੰਦੇ ਬਦਨ ਨੂੰ ਅੱਗ ਲੱਗ ਜਾਂਦੀ ਸੀ। ਪਰ ਜਦੋਂ ਸੰਜੀਵਨੀ ਬੂਟੀ ਲੈ ਕੇ ਆਏ ਅਤੇ ਉਸ ਵਕਤ ਰਾਮ ਚੰਦਰ ਜੀ ਇਸ਼ਨਾਨ ਕਰਕੇ ਅਤੇ ਆਪਣੇ ਕਛਹਿਰੇ ਨੂੰ ਨਿਚੋੜਦੇ ਸੀਗੇ। ਉਹਨੂੰ ਜੋ ਸੀ ਉਹਨਾਂ ਦੇ ਕੋਲ ਉਸ ਵਕਤ ਕਹਿੰਦੇ ਉਹਨੂੰ ਦਾਨ ਵਿੱਚ ਦਿੱਤਾ। ਅਤੇ ਇਹ ਬੜੀ ਵੱਡੀ ਗੱਲ ਸੀ, ਕਿਉਂਕਿ ਜਿਹੜਾ ਕੱਪੜਾ ਰਾਮ ਜੀ ਨੇ ਦਿੱਤਾ ਉਹ ਉਹਦੇ ਤਨ 'ਤੇ ਠਹਿਰਿਆ, ਉਹ ਠਹਿਰ ਗਿਆ ਸੀ ਉਹਦੇ ਤਨ 'ਤੇ। ਉਹ ਜਦੋਂ ਕਛਹਿਰਾ ਪਾਉਂਦਾ ਸੀ, ਕੱਛ ਪਾਉਂਦਾ ਸੀ, ਉਸ ਵੇਲੇ ਉਹਦੇ ਕੱਪੜੇ ਨੂੰ ਅੱਗ ਨਹੀਂ ਸੀ ਪੈਂਦੀ, ਉਹਦੇ ਤਨ ਨੂੰ ਅੱਗ ਨਹੀਂ ਸੀ ਲੱਗਦੀ। ਹੁਣ ਉਹਦਾ ਕਰਮ ਆਪਣਾ ਐਸਾ ਸੀਗਾ ਭਾਈ, ਜਿਹਦੇ ਕਰਕੇ ਉਹਦੇ ਤਨ 'ਤੇ ਕੋਈ ਕੱਪੜਾ ਨਹੀਂ ਸੀ ਠਹਿਰਦਾ। ਪਰ ਐਡਾ ਵੱਡਾ ਕਰਮ ਕੀਤਾ, ਸੰਜੀਵਨੀ ਬੂਟੀ ਲੈ ਕੇ ਆਇਆ ਇੰਨੇ। ਸੋ ਸਾਰੀ ਰਮਾਇਣ ਦੇ ਵਿੱਚ ਕਿੱਦਾਂ ਦੇ ਉਹਦੇ ਵੀਰਤਾ ਵਾਲੇ ਸਾਰੇ ਕਰਮ ਨੇ। ਪਰ ਮਿਲਿਆ ਕੀ? ਕਹਿੰਦੇ ਇੱਕ ਲੰਗੋਟ ਹੀ ਮਿਲਿਆ। ਕਹਿੰਦੇ ਇਸ ਨੂੰ ਪੂਰਬਲੋਂ ਕ੍ਰਿਤ ਕਰਮ ਨਾ ਮਿਟੈਰੀ, ਘਰ ਗੇਹਣ। ਆਪਣੀ ਜਿੰਦ ਨੂੰ ਸੰਬੋਧਨ ਹੈ। ਆ ਜਿਹੜਾ ਸਰੀਰ ਹੈ ਨਾ ਸਾਡਾ, ਇਹ ਘਰ ਹੈ। ਘਰ ਗੇਹਣ ਹੁੰਦਾ ਆ ਘਰ ਦੀ ਮਾਲਕਣ। ਇਸ ਸਰੀਰ ਰੂਪ ਘਰ ਦੀ ਮਾਲਕਣ ਹੈ ਸਾਡੀ ਜਿੰਦ। ਸੇ ਸਾਨੂੰ ਸਾਰਿਆਂ ਨੂੰ ਆਪਣੇ ਆਪ ਨੂੰ ਸੰਬੋਧਨ ਕਰਨਾ ਚਾਹੀਦਾ। ਮੇਰੀ ਜਿੰਦੜੀਏ, ਮਹਾਰਾਜ ਨੇ ਜਿੰਦੜੀਏ ਸ਼ਬਦ ਨਾਲ ਸ਼ਬਦ ਬੜੇ ਉਚਾਰਨ ਕੀਤੇ ਨੇ। ਸਾਹ ਆਵੇ ਕਿ ਨਾ ਆਵੇ ਰਾਮ, ਕੀ ਪਤਾ ਦੂਸਰਾ ਸਾਹ ਆਉਣਾ ਜਾਂ ਨਹੀਂ ਆਉਣਾ। ਅਤੇ ਇਸ ਕਰਕੇ ਨਾਮ ਜਪ ਲੈ,
ਬਾਣੀ ਪੜ੍ਹ ਲੈ। ਹਾਂਜੀ, ਅੰਤ ਨਿਬੇੜਾ ਤੇਰੇ ਜੀ ਪੈਲੀ, ਜਾਂ ਜਿੰਦੜੀ ਨੂੰ ਸੰਬੋਧਨ ਹੈ ਵੀ ਦਰਗਾਹ ਦੇ ਵਿੱਚ ਲੇਖਾ ਤਾਂ ਤੇਰੇ ਕੋਲੋਂ ਲੈਣਾ। ਤੇ ਹੁਣ ਤੂੰ ਕਿਹੜੇ ਕੰਮਾਂ 'ਚ ਪੈ ਗਈਆਂ, ਲੱਗਾ ਕਿਤਕ ਫੱਕੜੇ, ਕਿਹੜੇ ਕੰਮਾਂ 'ਚ? ਇਹ ਆਪਣੇ ਜਿੰਦ ਨੂੰ ਸੰਬੋਧਨ ਗੁਰੂ ਅਮਰਦਾਸ ਜੀ ਨੇ ਆਪਣੇ ਸਰੀਰ ਨੂੰ ਸੰਬੋਧਨ ਕਰਕੇ ਸਾਨੂੰ ਉਪਦੇਸ਼ ਦਿੱਤਾ। ਸਰੀਰਾ ਮੇਰਾ ਜਗ ਮੈਂ ਕਿ ਕਿਆ ਤੁਧ ਕਰਮ ਕਮਾਇਆ। ਇਸੇ ਤਰ੍ਹਾਂ ਭਗਤ ਤਰਲੋਚਨ ਜੀ ਨੇ ਆਪਣੀ ਜਿੰਦੜੀ ਨੂੰ ਸੰਬੋਧਨ ਕੀਤਾ ਹੋਇਆ ਹੈ। ਸੋ ਹੇ ਮੇਰੀ ਜਿੰਦੜੀਏ, ਜਿਹੜਾ ਪੂਰਬਲਾ ਕੀਤਾ ਹੋਇਆ ਕਰਮ ਹੁੰਦਾ ਨਾ, ਉਹ ਕਿੱਥੇ ਮਿਟਦਾ? ਫਿਰ ਜਦੋਂ ਮਾੜਾ ਕਰਮ ਅੱਗੇ ਆ ਜਾਂਦਾ ਫਿਰ ਜਿੰਦ ਹੀ ਦੁਖੀ ਹੁੰਦੀ ਹੈ। ਜਿੰਦ ਬਹੁਤ ਰੌਲਾ ਪਾਉਂਦੀ ਹੈ। ਫਿਰ ਉਹਦੇ 'ਚ ਫਿਰ ਤੂੰ ਰੌਲਾ ਕਾਹਦਾ ਪਾ ਰਹੀ ਆ? ਹੁਣ ਇਹ ਮਿਟਿਆ ਥੋੜ੍ਹੀ, ਇਹ ਤਾਂ ਭੋਗਣਾ ਪੈਣਾ। ਹੁਣ ਕੀਤਾ ਮਾੜਾ ਕਰਮ, ਸੋ ਉਹਨੂੰ ਮੈਂ ਚੰਗੀ ਤਰ੍ਹਾਂ ਭੋਗ ਲਵਾਂ, ਤਦ ਕਰਕੇ ਘੱਟ ਹੋ ਜਾਵੇ। ਇਸ ਕਰਕੇ ਮੈਂ ਪਰਮਾਤਮਾ ਪਰਮੇਸ਼ਰ ਤੇਰਾ ਨਾਮ ਜਪਦਾ। ਜਦੋਂ ਮਾੜਾ ਕਰਮ ਕੀਤਾ ਹੋਇਆ ਅੱਗੇ ਆਉਂਦਾ ਨਾ, ਇਹ ਦੁਖੀ ਹੁੰਦਾ ਹੈ। ਵੱਧ ਤੋਂ ਵੱਧ ਬਾਣੀ ਪੜ੍ਹਨੀ ਚਾਹੀਦੀ, ਫਿਰ ਕਰਮ ਘੱਟ ਹੋ ਜਾਵੇ, ਇਹ ਕਰਮ ਘੱਟ ਹੋ ਜਾਵੇ। ਅਤੇ ਅੱਗੇ ਤੋਂ ਬਣੇ ਨਾ ਬਾਣੀ ਦੇ ਨਾਲ, ਤਾਂ ਇਸ ਕਰਕੇ ਜੁੜਦੇ ਵੀ ਹੁਣ ਕਰਮ ਨਾ ਕੋਈ ਐਸਾ ਹੋ ਜਾਵੇ ਵੀ ਜਿਹਦਾ ਲੇਖਾ ਦੇਣਾ ਔਖਾ ਹੋ ਜਾਵੇ। ਜਿਹਦਾ ਲੇਖਾ ਸੌਖਾ ਨਾ ਕਰਮ, ਉਹ ਕਰਨਾ, ਉਹ ਕਰਮ ਕਰਨਾ ਜਿਸ ਲੇਖੇ ਵਿੱਚ ਸੁੱਖ ਮਿਲਦਾ। ਜਦੋਂ ਸੇਵਾ ਸਿਮਰਨ ਵਾਲਾ ਲੇਖਾ ਆਉਂਦਾ, ਉਹ 'ਚ ਸਾਰੇ ਸੁੱਖ ਹੀ ਸੁੱਖ ਹੈ। ਇਹਦੇ ਨਾਲ ਵੱਡਾ ਕਿਹੜਾ ਪੁੰਨ ਹੋ ਸਕਦਾ? ਬਾਣੀ ਪੜ੍ਹਨੀ, ਬਾਣੀ ਸੁਣਨੀ, ਨਾਮ ਜਪਣਾ ਸਭ ਤੋਂ ਉੱਤਮ ਕਰਮ ਹੈ ਅਤੇ ਸਭ ਤੋਂ ਵੱਡਾ ਪੁੰਨ ਬਣਦਾ। ਕਰ ਅੰਜਲੀ ਪੁੰਨ ਵੱਡਾ ਹੈ, ਕਰਨ ਡਡੌਤ ਪੁੰਨ ਵੱਡਾ ਹੈ, ਨਮਸਕਾਰ ਕਰਨੀ ਹੀ ਕਿੱਡਾ ਵੱਡਾ ਪੁੰਨ ਬਣਦਾ। ਇਸ ਕਰਕੇ ਹੇ ਮੇਰੀ ਜਿੰਦੜੀਏ ਕਰ ਗਏ ਹਨ ਤਾਚੀ ਲੈ ਮੋਹੇ ਜਾਪੀਏ ਲੈ ਰਾਮ ਚੇ ਨਾਮ। ਇਸ ਕਰਕੇ ਮੈਂ ਤਾਂ ਪਰਮਾਤਮਾ ਪਰਮੇਸ਼ਰ ਦਾ ਨਾਮ ਹਰ ਵਕਤ ਜਪਦਾ। ਮੌਤ ਦਾ ਡਰ ਹੈ। ਮਾੜੇ ਕਰਮ ਜਿਵੇਂ ਹੁਣ ਭੋਗ ਰਿਹਾ, ਦੁੱਖ ਮਿਲਦਾ, ਹੁਣ ਨਾ ਮਾੜਾ ਹੋ ਜਾਵੇ, ਡਰ ਹੈ। ਮਾੜਾ ਕਰਮ ਨਾ ਹੋ ਜਾਵੇ, ਇਸ ਗੱਲ ਦਾ ਡਰ ਹੈ। ਬਦਤ ਤਰਲੋਚਨ ਰਾਮ ਜੀ, ਬਦਤ ਹੁੰਦਾ ਕਹਿਣਾ, ਬੇਨਤੀ ਕਰਨੀ। ਤਰਲੋਚਨ ਜੀ ਕਹਿ ਰਹੇ ਨੇ, ਸੋ ਸਾਰਿਆਂ ਨੂੰ ਉਪਦੇਸ਼ ਦੇ ਰਹੇ ਨੇ। ਪਹਿਲਾਂ ਤਾਂ ਆਪਣੀ ਜਿੰਦ ਨੂੰ ਉਪਦੇਸ਼ ਹੈ ਵੀ ਮੇਰੀ ਜਿੰਦੜੀਏ ਨਾਮ ਜਪਿਆ ਕਰ ਪਰਮੇਸ਼ਰ ਦਾ, ਤਦ ਕਰਕੇ ਤੇਰੇ ਕੀਤੇ ਹੋਏ ਸਾਰੇ ਮਾੜੇ ਕਰਮ ਜਿਹੜੇ ਨੇ ਉਹ ਖਤਮ ਹੋ ਜਾਣ, ਮਾੜੇ ਕਰਮ ਤੇਰੇ ਮਿਟ ਜਾਣ। ਸੋ ਮਾੜੇ ਕਰਮ ਜਦੋਂ ਮਿਟ ਗਏ ਅਤੇ ਆਪੇ ਦੁੱਖ ਮਿਟ ਗਏ। ਜਿੰਨਾ ਚਿਰ ਮਾੜੇ ਕਰਮ ਮਿਟਦੇ ਨਹੀਂ, ਇਹ ਫਿਰ ਦੁੱਖ ਬਣ ਕੇ ਅੱਗੇ ਆਉਂਦੇ ਨੇ, ਉਹਨਾਂ ਨੂੰ ਭੋਗਦਾ। ਜਦੋਂ ਮਾੜੇ ਕਰਮਾਂ ਦਾ ਫਲ ਦੁੱਖ ਭੋਗਦਾ, ਤਪਦਾ ਹੈ, ਬਿਲਕਦਾ ਹੈ, ਏਕ ਛੋੜ ਦੂਜੇ ਲੱਗੇ। ਕਦੀ ਕਿਸੇ ਦੇ ਦਰ 'ਤੇ ਭਟਕਦਾ, ਕਿਸੇ ਦੇ ਦਰ 'ਤੇ ਭਟਕਦਾ ਵੀ ਕਿਸੇ ਤਰੀਕੇ ਦੇ ਨਾਲ ਮੇਰਾ ਜਿਹੜਾ ਦੁੱਖ ਹੈ ਉਹ ਕੱਟਿਆ ਜਾਵੇ, ਪਰ ਦੁੱਖ ਨਹੀਂ ਘੱਟ ਹੁੰਦਾ। ਮਹਾਰਾਜ ਕਹਿੰਦੇ ਕਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ, ਪਰਮੇਸ਼ਰ 'ਤੇ ਭੁੱਲਿਆ। ਰੱਬ ਨੂੰ ਭੁੱਲ ਜਾਣਾ ਬੜਾ ਵੱਡਾ ਬਹੁਤ ਮਾੜਾ ਕਰਮ ਹੈ। ਰੱਬ ਦੀ ਹੋਂਦ ਨੂੰ ਨਾ ਸਵੀਕਾਰਨਾ, ਉਹਨੂੰ ਫਿਰ ਬੇਮੁਖ ਕਿਹਾ ਜਾਂਦਾ। ਉਹ ਬੇਮੁਖ ਹੋ ਜਾਂਦੇ ਨੇ। ਮਹਾਰਾਜ ਕਹਿੰਦੇ ਜਿਹੜੇ ਬੇਮੁਖ ਹੋ ਗਏ, ਲੱਗਣ ਜਨਮ ਵਿਜੋਗ। ਜਿਹੜੇ ਰੱਬ ਦੀ ਹੋਂਦ ਨੂੰ ਸਵੀਕਾਰ ਤਾਂ ਕਰਦੇ ਨੇ, ਪਰ ਉਹਦੀ ਗੱਲ ਨਹੀਂ ਮੰਨਦੇ, ਮਨ ਦੀ ਗੱਲ ਮੰਨਦੇ ਨੇ, ਉਹਨਾਂ ਨੂੰ ਮਨਮੁਖ ਕਿਹਾ ਜਾਂਦਾ। ਮਨਮੁਖ ਨੇ, ਮਨਮੁਖ ਜਿਹੜੇ ਨੇ ਇਹ ਤਾਂ ਸੁਧਰ ਜਾਂਦੇ ਆ। ਮਨਮੁਖ ਜਦੋਂ ਮਨਮੁਖਾਂ ਨੂੰ ਗੁਰੂ ਦੀ ਗਿਆਨ ਸਮਝਾਈਏ, ਗੁਰੂ ਦੇ ਗਿਆਨ ਦੀ ਗੱਲ ਦੱਸੀਏ, ਇਹ ਫਿਰ ਮਨ ਆਪਣੀ ਮੱਤ ਤਿਆਗ ਕੇ ਗੁਰੂ ਦੀ ਮੱਤ ਗ੍ਰਹਿਣ ਕਰ ਲੈਂਦਾ, ਬੰਦਗੀ ਵਾਲੇ ਪਾਸੇ ਲੱਗ ਜਾਂਦਾ। ਇਸੇ ਜਨਮ ਦੇ ਵਿੱਚ ਕੁਝ ਨਾ ਕੁਝ ਪ੍ਰਾਪਤ ਕਰ ਲੈਂਦਾ ਹੈ। ਅਤੇ ਜਿਹੜਾ ਰੱਬ ਦੀ ਹੋਂਦ ਤੋਂ ਹੀ ਮੁਨਕਰ ਹੋ ਗਿਆ, ਬੇਮੁਖ ਹੋ ਗਿਆ, ਅਤੇ ਉਹਨੂੰ ਫਿਰ ਜਨਮਾਂਤਰਾਂ ਦੇ ਵਿੱਚ ਭਵਾਂਟਣੀ ਦੇ ਦਿੰਦਾ। ਜਦੋਂ ਜਨਮਾਂਤਰਾਂ ਦੀ ਭਵਾਂਟਣੀ ਮਿਲਦੀ ਨਾ, ਫਿਰ ਦੁਖੀ ਹੁੰਦਾ, ਫਿਰ ਰੌਲੀ ਪਾਉਂਦਾ, ਫਿਰ ਬੇਨਤੀਆਂ ਕਰਦਾ ਵੀ ਕਿਰਪਾ ਕਰੋ ਵੀ ਮੈਨੂੰ ਮਾਨਸ ਦੇਹੀ ਜਿਹੜੀ ਆ ਉਹ ਦੁਬਾਰਾ ਦਿਓ। ਤਦ ਕਰਕੇ ਮੈਂ
ਸੋ ਆਪਣਾ ਜਨਮ ਜਿਹੜਾ ਸਫਲਾ ਕਰ ਸਕਾਂ। ਜਨਮ ਸਫਲ ਦਾ ਮਤਲਬ ਹੀ ਇਹ ਹੁੰਦਾ, ਯਾਤਰਾ ਸਫਲੀ ਹੋ ਗਈ, ਮੁੜ ਕੇ ਜਨਮ ਨਹੀਂ। ਜੇ ਮੁੜ ਕੇ ਜਨਮ ਹੋਇਆ ਤਾਂ ਮਤਲਬ ਜਨਮ ਸਫਲ ਨਹੀਂ ਹੋਇਆ। ਚਾਹੇ ਮਨੁੱਖ ਜੋਨ ਹੀ ਮਿਲ ਗਈ, ਮਨੁੱਖ ਜੀਵਨ ਹੀ ਮਿਲ ਗਈ, ਮਨੁੱਖ ਜੋਨ ਦੇ ਕਿੰਨੇ ਦੁੱਖ ਨੇ, ਕਿੰਨੀਆਂ ਪਰੇਸ਼ਾਨੀਆਂ ਨੂੰ ਉਠਾਉਣੀਆਂ ਪੈਂਦੀਆਂ। ਇਸ ਕਰਕੇ ਘਰ ਗਏ ਹਨ। ਹੇ ਮੇਰੀਏ ਜਿੰਦੇ, ਪਰਮਾਤਮਾ ਪਰਮੇਸ਼ਰ ਦਾ ਨਾਮ ਜਪਿਆ ਕਰ, ਮਾੜਾ ਕਰਮ ਮਾੜੀ ਸੋਚ ਨਾ ਕਰਿਆ ਕਰ। ਘਰ ਦੀ ਮਾਲਕਣ ਆ ਤੂੰ, ਪੁੱਛਣਾ ਤੈਨੂੰ ਹੀ ਜਾਣਾ। ਘਰ ਦੀ ਮਾਲਕਣ ਨਹੀਂ ਪੁੱਛਿਆ ਜਾਂਦਾ, ਤੈਨੂੰ ਪੁੱਛਿਆ ਜਾਣਾ। ਇਸ ਕਰਕੇ ਮਾੜਾ ਕਰਮ ਨਾ ਕਰਿਆ ਕਰ। ਸੋ ਭਗਤ ਜੀ ਦਾ ਇਹ ਪਾਵਨ ਪਵਿੱਤਰ ਸ਼ਬਦ ਭਗਤ ਤ੍ਰਿਲੋਚਨ ਜੀ ਦਾ ਸਰਵਣ ਕੀਤਾ ਹੈ। ਜਿਹਦੇ ਵਿੱਚ ਉਹਨਾਂ ਨੇ ਚੰਗੇ ਕਰਮ ਕਰਨ ਦਾ ਉਪਦੇਸ਼ ਦਿੱਤਾ ਹੈ, ਆਪਣੇ ਆਪ ਨੂੰ ਉਪਦੇਸ਼ ਹੈ, ਆਪਣੀ ਜਿੰਦ ਨੂੰ ਉਪਦੇਸ਼ ਹੈ। ਸੋ ਮਾੜਾ ਕਰਮ ਕਰੇਗੀ ਤਾਂ ਲੇਖਾ ਵੀ ਤੈਨੂੰ ਹੀ ਦੇਣਾ ਪੈਣਾ। ਆਗੇ ਹੰਸ ਅਕੇਲਾ, ਅੱਗੇ ਇਕੱਲੇ ਨੂੰ ਜਾਣਾ ਪੈਣਾ। ਅੱਗੇ ਨਾਲ ਕੋਈ ਸੰਗੀ ਨਾ ਸਾਥੀ, ਗਵਨ ਅਕੇਲਾ ਸੰਗ ਨਾ ਸਾਥੀ। ਪੁਰਸ ਲਾਤ ਕਾ ਪੰਥ ਦੁਹੇਲਾ, ਕਹਿੰਦੇ ਬੜਾ ਕਠਿਨ ਮਾਰਗ ਹੈ। ਬਾਣੀ ਦੇ ਵਿੱਚ ਇੱਕ ਜਗ੍ਹਾ ਥੋੜ੍ਹੀ, ਵਾਰ ਵਾਰ ਪਰਲੋਕ ਦੀਆਂ ਗੱਲਾਂ ਦਾ ਜ਼ਿਕਰ ਹੈ, ਪਰਲੋਕ ਦੇ ਦੁੱਖਾਂ ਦਾ ਜ਼ਿਕਰ ਹੈ। ਧਰਮ ਰਾਜੇ ਦੀ ਗੱਲ ਕੀਤੀ, ਜਮਦੂਤਾਂ ਦੀ ਗੱਲ ਕੀਤੀ, ਲੇਖਿਆਂ ਦੀ ਗੱਲ ਕੀਤੀ ਹੋਈ ਹੈ। ਸੋ ਜੇ ਬਾਣੀ ਦੇ ਵਿੱਚ ਮੋਹਰਾਂ ਲੱਗ ਗਈਆਂ, ਬਾਣੀ ਨੇ ਇਸ ਨੂੰ ਸਹੀ ਕਰ ਦਿੱਤਾ। ਦਰਗਾਹ ਦੀਆਂ ਬਾਤਾਂ, ਦਰ ਕੀਆਂ ਬਾਤਾਂ ਨਾਨਕ ਆਖ ਸੁਣਾਏ। ਇਹਦੇ ਦਰ ਦੀਆਂ ਬਾਤਾਂ ਨੇ, ਜੇ ਦਰਗਾਹ ਵਿੱਚ ਵਰਤਦਾ ਅਤੇ ਫਿਰ ਇਹ ਸਾਨੂੰ ਮੰਨਣਾ ਹੀ ਪਵੇਗਾ। ਗੁਰੂ ਕਿਰਪਾ ਕਰੇ ਇਹ ਪਾਵਨ ਪਵਿੱਤਰ ਉਪਦੇਸ਼ ਸਾਡੇ ਕਠੋਰ ਹਿਰਦਿਆਂ ਵਿੱਚ ਵਸੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦਿ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰੂ ਮੈਂ ਪਾਇਆ ਸਹਿਜ ਛੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦ ਤਾਂ ਗਾਵੋ ਹਰੀ ਕੇ ਨਾਮ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਆ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦਹਿ ਸੋ ਪਾਵੇਂ, ਸਦਾ ਸਿਰਫ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਇ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋ। ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਕਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਜ ਦੂਤ ਦਵਸ ਕੀਤੇ, ਕਾਲ ਕੰਠ ਮਾਰਿਆ। ਤੁਰ ਕਰਮ ਪਾਇਆ ਤਿਤ ਜਿਨ ਕੋ, ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈਸ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਬੜ ਭਾਗੀਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤ ਗੁਰ ਰਹਿਆ ਭਰਪੂਰੇ। ਬੈਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤ ਗੁਰ ਰਹਿਆ ਭਰਪੂਰੇ। ਬੇਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਮ ਪੈ ਅਰਦਾਸ ਜੀਓ ਪਿੰਡ, ਸਭ ਤੇਰੀ ਰਾਸ।
ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕੰਧੇਰੇ ਅੰਤ ਉਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮ ਸੂਤਰ ਧਾਰੀ ਤੁਮ ਤੇ ਹੋਏ ਆਗਿਆਕਾਰੀ ਨਾਨਕ ਦਾਸ ਸਦਾ ਕੁਰਬਾਨ ਵਾਹਿਗੁਰੂ